ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम दोस्तों की हाल चाल जी ठीक ठाक हो ਤੁਸੀਂ ਸੋਚਦੇ ਹੋਵੋਗੇ ਅਸੀਂ ਜਨਾਬ ਕਣਕਾਂ ਦੇ ਵਿੱਚ ਵੜ ਗਏ ਆ ਠੀਕ ਹੈ ਜੀ ਤੇ ਉਹ ਅਸਲ ਤੇ ਗੱਲ ਇਸ ਤਰ੍ਹਾਂ ਹੈ ਕਿ ਦੋਸਤੋ ਅਸੀਂ ਆਣਾ ਹੁੰਦਾ ਸਵੇਰ ਠੀਕ ਹੈ ਕਿਉਂਕਿ ਭਾਈ ਮਿਲਦੇ ਸਾਨੂੰ ਸਵੇਰ ਨੇ ਉਸ ਤਰ੍ਹਾਂ ਅਸੀਂ ਦੁਪਹਿਰ ਨੂੰ ਵੀ ਆ ਸਕਦੇ ਆ ਤੇ ਸ਼ਾਮ ਨੂੰ ਵੀ ਆ ਸਕਦੇ ਆ ਕਿਸੇ ਵੇਲੇ ਵੀ ਆ ਸਕਦੇ ਆ ਲੇਕਿਨ ਉਸ ਤੋਂ ਬਾਅਦ ਸਵੇਰ 8 ਵਜੇ ਤੋਂ ਪਹਿਲੇ ਸਾਨੂੰ ਮਿਲਦੇ ਨੇ ਉਸ ਤੋਂ ਬਾਅਦ ਫਿਰ ਗੈਪ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਟੈਲੀਫੋਨ ਕਰਕੇ ਭਾਈ ਕਿੱਥੇ ਆ ਤੂੰ ਆ ਜਾ ਵੀਡੀਓ ਬਣਾਣੀ ਆ ਜਾ ਤੇ ਫਿਰ ਉਹ ਟਾਈਮ ਨਹੀਂ ਦਿੰਦੇ ਹੈਗੇ ਕਿਉਂਕਿ ਅਸੀਂ ਵੀ ਇਹਨਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਸੀਂ ਵੀ ਤੇ ਇਹਨਾਂ ਕੋਲ ਮਤਲਬ ਆਉਂਦੇ ਆ ਤੇ ਇਹਨਾਂ ਕੋਲ ਟਾਈਮ ਹੁੰਦਾ ਸਿਰਫ ਸਵੇਰ 8 ਵਜੇ ਤੋਂ ਪਹਿਲੇ ਉਸ ਤੋਂ ਬਾਅਦ ਇਹਨਾਂ ਨੇ ਮਾਲ ਪਾਉਣਾ ਆਪਣੀ ਰੋਟੀ ਖਾ ਕੇ ਮਾਲ ਪਾਉਣਾ ਤੇ ਮਾਰਕੀਟ ਚਲੇ ਜਾਣਾ ਉੱਥੋਂ ਕੀ ਪਤਾ ਉਹਨਾਂ ਸ਼ਾਮ ਨੂੰ ਉਹਨਾਂ ਦੁਪਹਿਰ ਨੂੰ ਉਹਨਾਂ ਕੀ ਦਵਾਉਣਾ ਆ ਇਸ ਕਰਕੇ ਅਸੀਂ ਸਵੇਰ ਇਹਨਾਂ ਕੋਲ ਆਣੇ ਹੁੰਦੇ ਆ ਤਾਂ ਕਿ ਖੁਰਾਕ ਪਾਣੀ ਜਦੋਂ ਪਾ ਰਹੇ ਹੁੰਦੇ ਨੇ ਫਾਰਮ ਦੇ ਵਿੱਚ ਆਪਣੇ ਚੂਜ਼ੇ ਨੂੰ ਤੇ ਉਦੋਂ ਹੀ ਛਾਪਾ ਮਾਰਨਾ ਹੁੰਦਾ ਸੀ ਆ ਕੇ ਤੇ ਇਹਨਾਂ ਨੂੰ ਟਾਈਮ ਵੀ ਅਸੀਂ ਫਿਕਸ ਦੇ ਹਟਦਾ ਇਹਨਾਂ ਵੀ ਸਾਨੂੰ ਟਾਈਮ ਫਿਕਸ ਦੇ ਹਟਦਾ ਕਿ ਜਨਾਬ ਇਸ ਟਾਈਮ ਤੱਕ ਤੁਸੀਂ ਆ ਸਕਦੇ ਹੋ ਮੈਂ ਫ੍ਰੀ ਹੈਗਾ ਕਿਸੇ ਕਿਸਮ ਦੀ ਮੈਨੂੰ ਪਰੇਸ਼ਾਨੀ ਨਹੀਂ ਹੁੰਦੀ ਉਸ ਟਾਈਮ ਤੇ ਦੋ ਇਹਨਾਂ ਦੇ ਪਿੰਡ ਦੇ ਵਿੱਚ ਮਸਜਿਦਾਂ ਨੇ ਤੇ ਦੋ ਮੌਲਵੀ ਲੱਗੇ ਹੁੰਦੇ ਨੇ ਸਵੇਰ ਲੈ ਕੇ ਸ਼ਾਮ ਤੱਕ ਗੁਰਾਈ ਕਰਨਾ ਉੱਥੇ ਸਾਡੀ ਆਵਾਜ਼ ਹੀ ਨਹੀਂ ਪਹੁੰਚਦੀ ਸਾਨੂੰ ਉੱਥੇ ਜਦੋਂ ਅਸੀਂ ਜਾਂਦੇ ਹਾਂ ਤਾਂ ਮੌਲਵੀ ਜਿਹੜੇ ਨਾਲ ਗੁਰਾਈ ਕਰਦੇ ਹੁੰਦੇ ਨੇ ਸਪੀਕਰ ਚੱਲ ਰਹੇ ਹੁੰਦੇ ਨੇ ਤੇ ਇਸ ਕਰਕੇ ਅਸੀਂ ਥੋੜੇ ਦਿਨਾਂ ਦੇ ਪਿੰਡੋਂ ਹਟ ਕੇ ਬਾਰਡਰ ਦੇ ਉੱਤੇ ਮਤਲਬ ਕਿ ਦਰਿਆ ਦੇ ਕੋਲ ਆ ਕੇ ਤੇ ਇੱਥੇ ਆਵਾਜ਼ ਕਮ ਆ ਰਹੀ ਹੈ ਸਪੀਕਰ ਦੀ ਤੇ ਇੱਥੇ ਆ ਕੇ ਅਸੀਂ ਵੀਡੀਓ ਬਣਾਉਂਦੇ ਤੋਂ ਕਣਕਾਂ ਦਾ ਮਾਹੌਲ ਵੀ ਬੜਾ ਪਿਆਰਾ ਸਾਨੂੰ ਲੱਗਾ ਹੈ ਬੜੀ ਪਿਆਰੀ ਲੋਕੇਸ਼ਨ ਵੀ ਜ਼ਬਰਦਸਤ ਹੈਗੀ ਆ ਬੜਾ ਪਿਆਰਾ ਸੀਨ ਵੀ ਆਉਂਦਾ ਹੈ ਤੇ ਉਹ ਦਰਿਆ ਵੀ ਸਾਡੇ ਕੋਲ ਅੱਲਾ ਖੈਰ ਕਰੇ ਠੰਡੀ ਦੀ ਹਵਾ ਵੀ ਚੱਲਦੀ ਪਈ ਆ ਤੇ ਇਸ ਕਰਕੇ ਦੋਸਤੋ ਅਸੀਂ ਕਣਕਾਂ ਦੇ ਵਿੱਚ ਹੀ ਵੜ ਗਏ ਆ ਇਹ ਰੋਡ ਇਹਨਾਂ ਦੇ ਬੰਨ ਤੋਂ ਉੱਤੇ ਥੱਲੇ ਉਤਰਦਾ ਹੈਗਾ ਜੀ ਤੇ ਇਸ ਕਰਕੇ ਅਸੀਂ ਜਨਾਬ ਕਣਕਾਂ ਦੇ ਵਿੱਚ ਵੜ ਕੇ ਤੇ ਜਨਾਬ ਵੀਡੀਓ ਬਣਾ ਲਿਆ ਤੇ ਅਗਰ ਤੁਹਾਨੂੰ ਬਹੁਤ ਉੱਚਾ ਬੰਨ ਵੀ ਬਹੁਤ ਉੱਚਾ ਹੈਗਾ ਤੇ ਨਾਲੇ ਫਿਰ ਬਹੁਤਾ ਅਸੀਂ ਬੰਨ ਦੇ ਕੋਲ ਵੀ ਨਹੀਂ ਜਾਂਦੇ ਹੈਗੇ ਕਿ ਉਹ ਫਿਜ਼ਾਰਾ ਬਾਰਡਰ ਏਰੀਆ ਦਾ ਵੀ ਮਸਲਾ ਆਉਂਦਾ ਤੇ ਕੋਈ ਵੀ ਮਸਲਾ ਆ ਸਕਦਾ ਇਸ ਕਰਕੇ ਅਸੀਂ ਕਣਕਾਂ ਦੇ ਵਿੱਚ ਰੋਡ ਦੇ ਉੱਤੇ ਖਿਲਾਰ ਕੇ ਨਾ ਤੇ ਫਿਰ ਵੀਡੀਓ ਬਣਾ ਲੈਂਦੇ ਹਾਂ ਇਸ ਕਰਕੇ ਅਸੀਂ ਡੇਲੀ ਹੁਣ ਇੱਥੇ ਹੀ ਆ ਰਹੇ ਹਾਂ ਜਿੰਦਾ ਤੱਕ ਮੌਲਵੀ ਦਾ ਸਪੀਕਰ ਆਉਣਾ ਅਸੀਂ ਇੱਥੇ ਹੀ ਰਹਿਣਾ ਜੇ ਸਾਡਾ ਹੁਣ ਡੇਰਾ ਪੱਕਾ ਹੋ ਗਿਆ ਜੀ ਇੱਥੇ ਅਸੀਂ ਖਲੋ ਕੇ ਵੀਡੀਓ ਬਣਾਵਾਂਗੇ ਅੱਲਾ ਖੈਰ ਕਰੇ ਤੇ ਦੋਸਤੋ ਅੱਜ ਅਲਹਮਦੁਲਿਲਾ ਖੈਰ ਕਰੇ ਤੁਹਾਨੂੰ ਪਿਛਲੀ ਵੀਡੀਓ 'ਚ ਦੱਸ ਚੁੱਕੇ ਸੀ ਅਸੀਂ ਕਿ 25ਵੇਂ ਦਿਨ ਤੋਂ ਲੈ ਕੇ ਤੇ 30ਵੇਂ ਦਿਨ ਤੱਕ ਕੀ ਕਰਨਾ ਹੈ ਤੇ ਕਿਸ ਤਰੀਕੇ ਨਾਲ ਚੂਜ਼ੇ ਨੂੰ ਰੱਖਣਾ ਆ ਤੇ ਅੱਗੇ 30 ਦਿਨ ਤੋਂ ਲੈ ਕੇ ਤੇ ਅੱਗੇ 35 ਦਿਨਾਂ ਤੱਕ 5-5 ਦਿਨ ਦਾ ਵਕਫਾ ਇਸ ਵਾਸਤੇ 5-5 ਦਿਨ ਦਾ ਅਸੀਂ ਰੱਖੇਦਾ ਤਾਂ ਕਿ ਅੱਛੇ ਤਰੀਕੇ ਨਾਲ ਇੱਕ ਵੀਡੀਓ ਵੀ ਬਣ ਜੇ ਔਰ ਜਿਹੜਾ ਕੋਈ ਭਾਈ ਬੱਗੇ ਦੇ ਜ਼ਿਹਨ ਦੇ ਵਿੱਚ ਫਾਰਮੂਲਾ ਹੈਗਾ ਨਾ ਉਹ ਮੁਸਲਸਲ ਅੱਛੇ ਤਰੀਕੇ ਨਾਲ ਸਾਨੂੰ ਸਮਝਾ ਵੀ ਦੇਣ ਅਸਰਾਂ ਇਹਨਾਂ ਨੂੰ ਕਹਾਂਗੇ ਯਾਰ ਭਾਈ ਕੀ ਬਿਮਾਰੀਆਂ ਨਾਲ ਤੇ ਆਉਂਦੀਆਂ ਨੇ ਤੇ ਇਹ ਵੀ ਦੱਸਦੇ ਹੋ ਸਕਦਾ ਕੋਈ ਬਿਮਾਰੀ ਭੁੱਲ ਜਾਣ ਇਸ ਕਰਕੇ 5-5 ਦਿਨ ਦੀ ਇਹਨਾਂ ਨੂੰ ਇਹਦੇ ਕੋਲ ਤਾਂ ਟਾਈਮ ਲੈ ਰਹੇ 5-5 ਦਿਨ ਦਾ ਦੀ ਗੱਲ ਤਾਂ ਪੁੱਛਣੀ ਪਈ ਇਹਨਾਂ ਕੋਲੋਂ ਤਾਂ ਕਿ ਸਾਡੇ ਵੀ ਜ਼ਿਹਨ 'ਚ ਆ ਜਾਏ ਤੁਹਾਡੇ ਵੀ ਜ਼ਿਹਨ 'ਚ ਬਹਿ ਜਾਏ ਗੱਲ ਕਿ ਜਨਾਬ ਇੰਨੇ ਦਿਨਾਂ ਤੋਂ ਬਾਅਦ ਕੀ ਕਰਨਾ ਇਸ ਤੋਂ ਅੱਗੇ ਕਿਹੜੀ ਬਿਮਾਰੀ ਆਉਂਦੀ ਆ ਤੇ ਇਸ ਕਰਕੇ ਹੁਣ ਅਸੀਂ 30 ਦਿਨਾਂ ਤੋਂ ਲੈ ਕੇ 35 ਦਿਨਾਂ ਤੱਕ ਦੀ ਵੀਡੀਓ ਅੱਜ ਉਹਦੇ ਤੇ ਹੀ ਬਣੇਗੀ ਕਿ ਉਹਦੇ ਵਿੱਚ ਕੀ ਮਸਲਾ ਆਉਂਦਾ ਕਿਹੜੀ ਕੋਈ ਦਵਾਈ ਇਸਤੇਮਾਲ ਕਰਨੀ ਹੈ ਕੋਈ ਬਿਮਾਰੀ ਆਉਂਦੀ ਆ ਜਾਂ ਨਹੀਂ ਆਉਂਦੀ ਹੈਗੀ ਇਹ ਭਾਈ ਬਾਗਾ ਜੀ ਦੱਸੋ ਦਸ ਭਾਈ ਜਦੋਂ ਚੂਚਾ 30 ਦਿਨ ਤੋਂ ਉੱਤੇ ਚੜ ਜਾਣਾ ਹਾਂਜੀ 30 ਦਿਨ ਤੋਂ ਉੱਤੇ ਜਦੋਂ ਚੂਚਾ 32 ਦਿਨ ਦਾ ਆਈ ਨਾ 32ਵੇਂ ਦਿਨ ਇੱਕ ਉਹਨੂੰ ਬਿਮਾਰੀ ਉੱਠਣੀ 31ਵੇਂ ਦਿਨ ਅੱਛਾ ਤੇ ਉਹਨੂੰ ਬਿਮਾਰੀ ਨੂੰ ਸਮਝਣਾ ਕੰਟਰੋਲ ਕਰਨ ਵਾਸਤੇ ਕਿਹੜੀ ਬਿਮਾਰੀ ਉੱਠਣੀ ਆ ਬਿਮਾਰੀ ਸਮਝ ਲਸੋਟਾ ਦਵਾਈ ਹੁੰਦੀ ਹੈ ਬਿਮਾਰੀ ਹੁੰਦੀ ਹੈ ਇਕੋਲਾਈ ਦੀ ਗੰਦਗੀ ਦੀ ਵਜ੍ਹਾ ਤੋਂ ਬਿਮਾਰੀਆਂ ਨਿਕਲਦੀਆਂ ਨਾ ਅੱਛਾ ਕਿਉਂਕਿ ਉਦੋਂ ਨੂੰ ਗਰਦਾ ਗਵਾ ਕਾਫੀ ਹੋ ਗਿਆ ਚੂਚਾ ਪਰਵਿਸ਼ ਕਰ ਗਿਆ ਜਵਾਨ ਹੋ ਗਿਆ ਹੁੰਦਾ ਵਾ ਹਾਂ 30 ਦਿਨ ਦਾ ਕਾਫੀ ਮਸਲਾ ਹੋਇਆ ਇੱਕ ਫਾਇਤੀ ਨਾ ਇੱਕ ਟੀਕਾ ਲਾਣਾ ਪੈਂਦਾ ਅੱਛਾ ਕਿ ਉਹਨੂੰ ਫਾਇਤੀ ਟੀਕਾ ਉਹਨੂੰ ਅਸੀਂ ਸੋਟਾ ਦਵਾਈ ਕਹਿੰਦੇ ਆ ਠੀਕ ਹੈ ਤੇ ਉਸ ਛੋਟਾ ਦਵਾਈ ਕੋ ਸਮਝੋ ਇੱਕ ਟੀਕਾ ਵੀ ਲੋਕ ਲਾਉਂਦੇ ਟੀਕਾ ਲਾਉਣ ਨਾਲ ਬਿਹਤਰ ਹੈ ਕਿ ਦਵਾਈ ਇਸਤੇਮਾਲ ਕੀਤੀ ਜਾਏ ਟੀਕੇ ਨਾਲ ਅੱਧਾ ਮਾਲ ਨਾ ਕਿਸੇ ਬਿਮਾਰ ਹੋ ਜਾਂਦਾ ਵਾ ਠੀਕ ਆ ਕਿਉਂਕਿ ਜਦੋਂ ਜਵਾਨ ਚੂਚੇ ਨੂੰ ਫੜਨਾ ਨਾ ਇਕੱਠਾ ਕਰਕੇ ਤੇ ਚੂਚਾ ਹੀਟ ਅਪ ਹੋ ਜਾਂਦਾ ਘਬਰਾ ਜਾਂਦਾ ਬਿਲਕੁਲ ਠੀਕ ਆ ਕੋਈ ਕਮਜ਼ੋਰ ਦਿਲ ਦਾ ਹੁੰਦਾ ਵਾ ਕੋਈ ਤਕੜੇ ਦਿਲ ਦਾ ਹੁੰਦਾ ਠੀਕ ਹੈ ਅਸੀਂ ਉਹਨੂੰ ਤੁਸੀਂ ਨਾ ਸਾਦੇ ਲਫਾਜ਼ਾਂ ਵਿੱਚ ਨਾ ਉਹਨੂੰ ਇੱਕ ਲਸੋਟਾ ਦਵਾਈ ਕਰਨੀ ਆ 32ਵੇਂ ਦਿਨ ਲਸੋਟਾ ਵੈਕਸੀਨ ਕਰ ਦੇਣੀ ਆ ਵੈਕਸੀਨ ਕਰ ਦੇਣੀ ਆ ਠੀਕ ਆ ਜਦੋਂ ਇੱਕ ਲਸੋਟਾ ਹੀ ਕੀਤਾ 18 ਦਿਨਾਂ ਦਾ 19 ਦਿਨਾਂ ਦਾ ਠੀਕ ਆ ਇੱਕ ਕਰਨਾ ਵਾ ਅਸੀਂ 32 ਦਿਨਾਂ ਦਾ ਕਿ ਉਹ ਦੁਬਾਰਾ ਜਿਹੜੀ ਅਸੀਂ ਤੀਸਰੀ ਵੈਕਸੀਨ ਕੀਤੀ ਸੀ ਲਸੋਟਾ ਉਹਨੂੰ ਦੁਬਾਰਾ 32ਵੇਂ ਦਿਨ ਜਾ ਕੇ ਕਰ ਦੇਣੀ 32ਵੇਂ ਦਿਨ ਫੇਰ ਕਰ ਦੇਣਾ ਠੀਕ ਹੈ 32ਵੇਂ ਦਿਨ ਤੋਂ ਲੈ ਕੇ ਨਾ ਤੇ ਉਹਨੇ ਸਮਝ ਤੁਹਾਡਾ ਮਸਲ 40 ਦਿਨ ਦਾ 48 ਦਿਨ ਤੱਕ ਵੀ ਸਮਝਣਾ ਉਹਨੂੰ ਫਾਇਦ ਰੱਖਣੀ ਹੈ ਉਸ ਵੈਕਸੀਨ 2 ਹਫ਼ਤੇ ਤੱਕ ਸਮਝਣਾ ਉਹ ਚੱਲ ਜਾਏਗੀ ਉਸ ਵੈਕਸੀਨ ਨੇ ਹਵਾ ਕੱਲੇ ਦਵਾਈ ਤੇ ਲੈਦਾ ਇੱਕ ਕੱਲੀ ਉਹਨੂੰ ਜਿਹੜੀ ਉਹਨੇ ਫਾਇਦੇ ਦੀ ਕਰਨੀ ਆ ਮਾਲ ਦੀ ਤੁਹਾਡੇ ਦੀ ਠੀਕ ਹੈ ਲੇਕਿਨ ਤੁਹਾਡਾ ਜਿਹੜਾ ਨੀਵਾ ਉੱਚਾ ਕਮਜ਼ੋਰ ਚੂਚੇ ਕੋਈ ਇਨਫੈਕਸ਼ਨ ਦਵਾਈ ਦਾ ਪਿਛਲ ਰਹਿ ਗਿਆ ਹੋਏਗਾ ਨਾ ਉਹ ਅੱਜ ਕਲੀਅਰ ਹੋ ਜਾਏਗਾ ਯਾਨੀ ਕਿ 32ਵੇਂ ਦਿਨ ਦੀ ਜਿਹੜੀ ਵੈਕਸੀਨ ਕਰਨੀ ਆ ਉਹ ਜਿਹੜੇ ਪਿਛਲੇ ਚੂਚੇ ਛੋਟੇ ਮੋਟੇ ਹੁੰਦੇ ਨੇ ਜਿਨ੍ਹਾਂ ਨੇ ਪਿੱਛੇ ਵੈਕਸੀਨ ਨਹੀਂ ਹੋਈ ਹੁੰਦੀ ਜਿਹਨਾਂ ਪਾਣੀ ਨਹੀਂ ਪੀਤਾ ਹੁੰਦਾ ਵੈਕਸੀਨ ਵਾਲਾ ਉਹ ਵੀ ਫਿਰ ਇਸ ਵੈਕਸੀਨ ਦੇ ਨਾਲ ਉਹਨੂੰ ਉਨੀ ਕੁ ਤਾਕਤ ਰੱਖ ਕੇ ਵੱਡਾ ਬਿਲਕੁਲ ਠੀਕ ਆ ਗਿਆ ਹੁੰਦਾ ਤੇ ਉਹਨੇ ਦਸਤੀ ਜਾਣਾ
ਅੱਗੇ ਵੱਧ ਚੜ ਕੇ ਨੱਸ ਕੇ ਜਾ ਕੇ ਨਾ ਤੇ ਉਹਨੇ ਪਾਣੀ ਪੀ ਲੈਣਾ ਕਿਉਂਕਿ ਉਹਦੀ ਉਮਰ ਪੂਰੀ ਹੋ ਗਈ ਹੋਣੀ ਏਦਾਂ ਨੱਸਣ ਭੱਜਣ ਜਾਂਦੀ ਆ ਬਿਲਕੁਲ ਕਿਉਂਕਿ ਉਹਨੂੰ ਪਿਛਲੀ ਵਾਰੀ ਨਹੀਂ ਨਾ ਮੌਕਾ ਮਿਲਿਆ ਹੋਏਗਾ ਹਾਂ। ਉਹ ਯਾਰ ਕਾ ਮੌਕੇ ਦਾ ਆਪਣਾ ਫਾਇਦਾ ਲੈ ਲੇਗਾ ਬਿਲਕੁਲ ਠੀਕ ਹੈ। ਯਾਨੀ ਕਿ ਚੌਥੀ ਵੈਕਸੀਨ ਕਰਨ ਦਾ ਮਕਸਦ ਇੱਕ ਬਹੁਤ ਵੱਡਾ ਭਾਈ ਬਗੇ ਨੇ ਦੱਸ ਦਿੱਤਾ ਜੇ ਕਿ ਕੁਝ ਚੂਜ਼ੇ ਰਹਿ ਵੀ ਜਾਂਦੇ ਨੇ ਜੋ ਛੋਟੇ ਹੁੰਦੇ ਨੇ ਬੱਚੇ ਹੁੰਦੇ ਨੇ ਤੇ ਉਹ ਵੈਕਸੀਨ ਵਾਲਾ ਪਾਣੀ ਉਹਨਾਂ ਤੱਕ ਨਹੀਂ ਪਹੁੰਚਦਾ ਜਾਂ ਉਹਨਾਂ ਨੂੰ ਦੂਸਰੇ ਜਿਹੜੇ ਹੁਸ਼ਿਆਰ ਚੂਜ਼ੇ ਨੂੰ ਪਾਣੀ ਨਹੀਂ ਪੀਣ ਦਿੰਦੇ ਤੇ ਜਿਹੜੀ ਚੌਥੀ ਵੈਕਸੀਨ ਆ ਨਾ ਉਹਦੇ ਵਿੱਚ ਉਹ ਚੂਜ਼ਾ ਹੁਸ਼ਿਆਰ ਹੋਇਆ ਹੁੰਦਾ 32-33 ਦਿਨ ਦਾ ਹੋਇਆ ਹੁੰਦਾ ਠੀਕ ਹੈ ਜੀ ਉਹਦੇ ਵਿੱਚ ਉਹਨੂੰ ਵੈਕਸੀਨ ਹੋ ਜਾਏਗੀ ਜਦੋਂ ਉਹਨੂੰ ਵੈਕਸੀਨ ਹੋ ਜਾਏਗੀ ਤਾਂ ਫਿਰ ਉਹ ਐਂਡ ਤੱਕ ਕਾਮਯਾਬ ਰਹੇਗਾ ਤੱਕ ਵੀ ਉਹ ਕਾਮਯਾਬ ਰਹੇਗਾ ਇਸ ਤਰ੍ਹਾਂ ਹੀ ਨਾ ਹਾਂ ਬਿਲਕੁਲ ਇੱਕ ਨਹੀਂ ਇੱਕ ਰਾਜ ਫੇਰ ਕਰਵਾ ਛੱਡਣੀ ਉਹਨੂੰ ਠੀਕ ਹੈ ਯਾਨੀ ਕਿ ਅੱਲਾ ਖੈਰ ਕਰੇ ਐਸਾ ਕਿ ਲਸੋਟੇ ਦਵਾਈ ਨਾਲ ਨਾ ਕੋਈ ਖਰਚਾ ਐਡਾ ਕੋਈ ਨਹੀਂ ਹੁੰਦਾ 1 ਰੁਪਿਆ ਇੱਕ ਚੂਚੇ ਦਾ ਟੋਟਲ ਖਰਚਾ ਆਏਗਾ ਕਿੰਨੇ ਦੀ ਸ਼ੀਸ਼ੀ ਆਂਦੀ ਹੈ ਉਹ ਚੀਜ਼ ਸਮਝੀ ਆਣੀ ਆ ਕੋਈ 1200 ਰੁਪਏ ਦੀ ਆਣੀ ਆ 1000 ਚੂਚੇ ਦੀ ਠੀਕ ਹੈ ਯਾਨੀ ਕਿ ਪਹਿਲੇ 1000 ਰੁਪਏ ਦੀ ਹੁੰਦੀ ਰਹੀ ਹੈ ਤੇ ਹੁਣ 1200 ਰੁਪਏ ਦੀ 1200 ਰੁਪਏ ਦੀ ਬਿੱਲ ਲੇਕਿਨ 2500 ਡੋਜ਼ ਦੀ ਜਿਹੜੀ ਹੈ ਨਾ 2500 ਚੂਚੇ ਦੀ ਉਹ 1700-1800 ਰੁਪਏ ਦੀ ਹੁਣ ਆਂਦੀ ਪਈ ਠੀਕ ਹੈ ਤੇ 1000 ਰਿਆਤ ਤੋਂ ਡਾਊਨ ਹੋਈ ਹੈ ਜਰਾ ਕੋ ਤੇ ਹੋ ਸਕਦਾ 1000 ਚੂਚੇ ਤੁਹਾਨੂੰ 850 ਤੱਕ 800 ਤੱਕ ਵੀ ਭਾਵੇਂ ਮਿਲ ਜਾ ਹੁਣ ਚਲੋ 1200 ਤੱਕ 1000 ਤੋਂ ਲੈ ਕੇ 1200 ਤੱਕ ਰੇਟ ਹੈ ਅਸੀਂ ਪਿਛਲੇ ਸਾਲ ਇਸਤੇਮਾਲ ਕੀਤੀ ਹੈ ਤੇ ਅਸੀਂ 1000 ਰੁਪਏ ਦੀ ਲੈ ਕੇ ਕੀਤੀ ਸੀ ਠੀਕ ਹੈ ਜੀ ਪਹਿਲੇ ਸਾਨੂੰ ਮਿਲੀ ਸੀ 800 ਰੁਪਏ ਦੀ ਫਿਰ ਸਾਨੂੰ 1000 ਰੁਪਏ ਦੀ ਮਿਲੀ ਤੇ ਇਸੇ ਤਰ੍ਹਾਂ ਅਗਰ ਜ਼ਾਹਰ ਹੈ ਜੀ ਮੁਲਕ ਪਾਕਿਸਤਾਨ ਹੈ ਇੱਥੇ ਰੇਟ ਕਈਆਂ ਦਾ ਕੋਈ ਹੈ ਤੇ ਕਈਆਂ ਦਾ ਕੋਈ ਹੈਗਾ ਤੇ ਬਹਰਹਾਲ ਕੋਈ ਨਹੀਂ ਇੱਕ ਨਹੀਂ ਕਿ ਖਰਚਾ ਆਉਂਦਾ ਜ਼ਿਆਦਾ 1000 1 ਰੁਪਏ ਇੱਕ ਜੁਦੇ ਤੇ ਖਰਚਾ ਆਉਂਦਾ ਜਾਂ 1000 ਰੁਪਏ ਦੀ ਜਾਂ 1200 ਦੀ ਜਾਂ 1100 ਦੀ ਤੁਹਾਨੂੰ ਮਿਲ ਸਕਦੀ ਆ ਲਸੋਟਾ ਵੈਕਸੀਨ ਚੌਥੀ ਵੈਕਸੀਨ ਆ ਗਈ ਹੈ ਜੀ ਭਾਈ ਬਗੇ ਨੇ ਦੱਸ ਦਿੱਤੀ ਹੈ ਚੌਥੀ ਵੈਕਸੀਨ ਜਿਹੜੀ ਕਰਨੀ ਆ ਉਹ ਵੀ ਲਸੋਟਾ ਹੀ ਕਰਨੀ ਆ ਤੀਸਰੀ ਵੈਕਸੀਨ ਕੀਤੀ ਸੀ ਉਹ ਵੀ ਲਸੋਟਾ ਹੀ ਕੀਤੀ ਸੀ ਤੇ ਚੌਥੀ ਵੈਕਸੀਨ ਜਿਹੜੀ ਕਰਨੀ ਉਹ ਵੀ ਲਸੋਟਾ ਹੀ ਕਰਨੀ ਆ ਔਰ 32ਵੇਂ ਦਿਨ ਤੇ ਜਾ ਕੇ ਕਰਨੀ ਆ 31-32 ਦਿਨ ਤੇ ਜਾ ਕੇ ਕਰਨੀ ਆ ਉਹਦੇ ਕਾਫੀ ਜ਼ਿਆਦਾ ਫਾਇਦੇ ਨੇ ਉਹਦੇ ਭਾਈ ਦੱਸਿਆ ਕਿ ਉਦੋਂ ਬਿਮਾਰੀਆਂ ਵੀ ਉੱਠਣਾ ਸ਼ੁਰੂ ਹੋ ਜਾਂਦੀਆਂ ਨੇ ਤੇ ਇਸ ਵਾਸਤੇ ਜਦੋਂ ਲਸੋਟਾ ਕਰ ਦੇਣੀ ਆ ਤੇ ਫਿਰ ਉਹ ਬਿਮਾਰੀਆਂ ਨੂੰ ਕੰਟਰੋਲ ਕਰੇਗੀ ਇਸ ਤਰ੍ਹਾਂ ਹੀ ਭਾਈ ਜੀ ਇਸ ਤਰ੍ਹਾਂ ਹੀ ਗੱਲ ਹਾਂ ਠੀਕ ਹੋ ਗਿਆ ਤੇ ਹੋਰ ਕੋਈ ਇਸ ਇਲਾਵਾ ਕੋਈ ਬਿਮਾਰੀ ਆਂਦੀ ਹੈ ਨਹੀਂ ਉਸ ਤੋਂ ਬਾਅਦ ਸਿਰਫ ਬਿਮਾਰੀ ਕੋਈ ਨਹੀਂ ਆਉਂਦੀ ਸਿਰਫ ਖੁਰਾਕ ਦਾ ਖਰਚਾ ਆਉਂਦਾ ਕਿਉਂਕਿ ਅੱਗੇ ਖੁਰਾਕ ਜਿਹੜਾ ਡਬਲ ਖਾਣ ਦਾ ਪੈਂਦਾ ਹੁੰਦਾ ਚੂਚਾ ਠੀਕ ਹੈ ਤੇ ਵੈਕਸੀਨ ਕਰਨ ਦਾ ਦੋਸਤੋ ਤਰੀਕਾ ਕਰ ਉਹੀ ਹੈ ਭਾਈ ਬੱਗਾ ਜੀ ਜਿਹੜਾ ਮਤਲਬ ਪਿਛਲੀਆਂ ਵੈਕਸੀਨਾਂ ਕੀਤੀਆਂ ਨੇ ਇੱਕ ਦੱਸ ਦਿਓ ਉਹਨਾਂ ਨੂੰ ਭਾਈ ਦੋਸਤਾਂ ਨੂੰ ਇਸੇ ਤਰੀਕੇ ਪਿਛਲੇ ਜੋ ਵੈਕਸੀਨਾਂ ਤੁਸੀਂ ਕੀਤੀਆਂ ਨਾ ਤੁਸੀਂ ਇੱਕ ਟੱਪ ਲੈਣਾ ਵਾ ਠੀਕ ਹੈ ਟੱਪ ਦੇ ਜੋ ਦਵਾਈ ਲੈਣੀ ਆ ਨਾ ਉਹ ਲੈਣੀ ਆ ਬਰਫ਼ ਦੇ ਵਿੱਚ ਹੀ ਆਣੀ ਆ ਤੁਹਾਨੂੰ ਮਿਲਣੀ ਆ ਅੱਛਾ ਤੇ ਬਰਫ਼ ਦੇ ਵਿੱਚ ਜਦੋਂ ਦਵਾਈ ਤੁਸੀਂ ਲਿਆਣੀ ਆ ਨਾ ਲਿਆ ਕੇ ਤੇ ਫ੍ਰਿਜ ਦੇ ਥੱਲੇ ਖਾਣੇ 'ਚ ਰੱਖ ਲੈਣੀ ਆ ਠੀਕ ਹੈ ਉਤਲੇ ਖਾਣੇ ਤਾਂ ਨਹੀਂ ਰੱਖਣੀ ਕੋਈ ਜੰਮ ਜਾਂਦੀ ਆ ਠੀਕ ਹੈ ਜੰਮ ਜੇਗੀ ਫਿਰ ਮਸਲਾ ਨਹੀਂ ਉਹ ਜਿਹਾ ਰਿਜ਼ਲਟ ਨਹੀਂ ਦੇਗੀ ਠੀਕ ਹੈ ਜਦੋਂ ਥੱਲੇ ਖਾਣੇ ਦੇ ਰੱਖੋਗੇ ਲਿਆ ਕੇ ਵੇਖ ਲੈਣਾ ਕਿ ਤੁਸੀਂ ਚੂਚਾ ਤੋਂ ਟਾਈਮ ਪਹਿਲੇ ਆ ਤੁਹਾਡੇ ਕੋਲ ਸੂਰਜ ਚੜ੍ਹਨ ਤੋਂ ਪਹਿਲੇ ਟਾਈਮ ਹੈ ਅਗਰ 2 ਘੰਟੇ ਤੇ ਤੁਸੀਂ ਉਦੋਂ ਕਰ ਲਿਓ ਖੁਰਾਕ ਪਾਉਣ ਦਾ ਤੁਹਾਨੂੰ ਮੌਕਾ ਮਿਲ ਗਿਆ ਖੁਰਾਕ ਪਾ ਕੇ ਇਜ਼ੀ ਅਸੀਂ ਕਰ ਸਕਨੇ ਆ ਠੀਕ ਹੈ ਤੇ ਨਹੀਂ ਤੇ ਸ਼ਾਮ ਨੂੰ ਪਿਛਲੇ ਟਾਈਮ ਕਰ ਲਓ ਉਸ ਤੋਂ ਬਾਅਦ ਕਰ ਲਿਓ ਕਰੋ ਠੀਕ ਹੈ ਦਿਨ ਡੁੱਬਣ ਤੋਂ ਬਾਅਦ ਉਹਦੇ ਅੱਗੇ 2 ਘੰਟੇ ਪਹਿਲੇ ਘੰਟਾ ਕੇ ਪਹਿਲੇ ਖੁਰਾਕ ਪਾ ਦੇਣੀ ਆ ਅੱਛਾ ਤੇ ਘੰਟਾ ਪਹਿਲੇ ਖੁਰਾਕ ਪਾਉਣ ਤੋਂ ਪਹਿਲੇ ਨੂੰ ਬਰਤਨ ਚੁੱਕ ਲੈਣੇ ਪਾਣੀ ਵਾਲੇ ਚੁੱਕ ਲੈਣੇ ਤਾਂ ਕਿ ਉਹਨੂੰ ਪਿਆਸ ਲੱਗ ਜਾਏਗੀ ਅੱਗੇ ਖੁਰਾਕ ਸੁੱਟ ਦੇਣੀ ਆ ਠੀਕ ਹੈ ਖੁਰਾਕ ਤੋਂ ਬਾਅਦ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਤੁਸੀਂ ਨਾ ਅੱਗੇ ਉਹ ਪਾਣੀ ਰੱਖ ਦੇਣਾ ਵੈਕਸੀਨ ਵਾਲਾ ਪਾਣੀ ਰੱਖ ਦੇਣਾ ਠੀਕ ਉਧਰੋਂ ਤੁਸੀਂ ਵੈਕਸੀਨ ਬਣਾਉਣੀ ਸ਼ੁਰੂ ਕਰ ਲੈਣੀ ਆ ਤਾਂ ਕਿ ਉਹਦੇ ਵਿੱਚ ਖੁਰਾਕ ਪਾ ਲੈਣੀ ਆ ਖੁਰਾਕ ਪਾ ਕੇ ਜਿਹਨੂੰ ਤੁਸੀਂ ਵਿਹਲੇ ਹੋਣਾ ਤੇ ਉਹਦਾ ਵੈਕਸੀਨ ਬਣ ਜਾਣੀ ਤੇ ਵੈਕਸੀਨ ਜਿਹੜੀ ਆ ਉਹਨੂੰ ਬਣ ਜਾਏਗੀ ਤਿਆਰ ਹੋ ਜਾਏਗੀ ਉਹਨੂੰ ਇੱਕ ਟੱਪ ਲੈਣਾ ਟੱਪ ਦੇ ਵਿੱਚ ਵੇਖੋ ਕਿੰਨਾ ਸਾਰਾ ਚੂਚਾ ਨੂੰ ਪਾਣੀ ਪੀ ਲੈਂਦੇ ਨੇ ਉਹਦੇ ਵਿੱਚ ਉਹਨਾਂ ਕੋ ਮਾਨ ਪਾਣੀ ਜਾਂ 30-20 ਕਿਲੋ ਪਾਣੀ ਪਾ ਲੈਣਾ ਠੀਕ ਹੈ ਉਹਦੇ ਸੈਂਟਰ ਵਿੱਚ ਉਹਨੂੰ ਦਵਾਈ ਨੂੰ ਖੋਲ ਦੇਣਾ ਠੀਕ ਹੈ ਖੋਲ ਕੇ ਤੇ ਉਹਦੇ 'ਚ 1 ਗਲਾਸ ਦੁੱਧ ਦਾ ਪਾ ਦੇਣਾ ਠੀਕ ਹੈ ਤਾਂ ਕਿ ਉਹਦਾ ਰੰਗ ਚੇਂਜ ਹੋ ਜਾਏ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਅੱਗੇ ਸਮਝ ਆਰਾਮ ਨਾਲ ਅਲਹਮਦੁਲਿਲਾ ਬਿਸਮਿਲ੍ਲਾ ਪੜ੍ਹ ਕੇ ਰੱਖ ਦੋ ਤੇ ਫਿਰ ਇਹ ਹੈ ਕਿ ਉਹ ਫਿਰ ਚੂਚਾ ਟੁੱਟ ਕੇ ਪਾਣੀ ਪੀਵੇਗਾ ਪਿਆਸ ਲੱਗੀ ਹੋਣੀ ਸਮਝੋ ਕਿ ਫਿਰ ਤੁਸੀਂ ਜਿੱਥੇ ਮਰਜ਼ੀ ਵੀ ਰਹੋਗੇ ਨਾ ਤੁਹਾਡੇ ਚੂਚੇ ਨੂੰ ਕੋਈ ਬਿਮਾਰੀ ਲੱਗੇ ਸਾਰੇ ਲੋਕਾਂ ਦੇ ਚੂਚੇ ਮਰ ਮੁੱਕ ਸਕਦੇ ਨੇ ਬਿਮਾਰੀ ਵਲੇਟ ਜਾਣਗੇ ਤੁਹਾਡੇ ਚੂਚੇ ਨੂੰ ਆਂਚ ਵੀ ਨਹੀਂ ਆਏਗੀ ਜਿਨ੍ਹਾਂ ਨੇ ਵੈਕਸੀਨ ਕਰ ਲੈਣੀ ਆ ਜਿਹਨੇ ਵੈਕਸੀਨ ਕਰ ਲੈਣੀ ਜਿਹੜੇ ਨਹੀਂ ਕਰਦੇ ਵੈਕਸੀਨ ਉਹਨਾਂ ਦਾ ਮਾਲ ਨੂੰ ਮਸਲਾ ਆਉਂਦਾ ਹੀ ਆਉਂਦਾ ਤੇ ਲੇਕਿਨ ਜਦੋਂ ਵੈਕਸੀਨ ਕਰਨੀ ਹੈ ਨਾ ਤੇ ਉਦੋਂ ਫੇਰ ਇਵਾਨ ਤੁਹਾਡੇ ਗਲੀਆਂ ਮਹੱਲੇ 'ਚ ਆਮ ਆ ਜਾਂਦੇ ਨੇ ਉਹਦੀ ਵਜ੍ਹਾ ਕਿ ਤੁਹਾਡਾ ਚੂਚਾ